थोड़ा सा माइक पीछे कर लो, थोड़ा सा कैमरा पीछे करना, थोड़ा सा, थोड़ा कैमरा पीछे कर लिया उस्ताद। करो जी करो। तो कैमरा भी ठीक हो गया, इधर डायरेक्शन चल गई हो गई होता। सब तो पहला तो मैं ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਿੰਨਾ ਧੰਨਵਾਦ ਕਰਦਾ ਕਿ ਤੁਸੀਂ ਜਦੋਂ ਵੀ ਕੋਈ ਇਸ਼ੂ ਹੁੰਦਾ ਉਦੋਂ ਤੁਸੀਂ ਟਾਈਮ ਕੱਢਦੇ ਹੋ। ਖਾਸ ਕਰਕੇ ਐਜੂਕੇਸ਼ਨ ਦੀ ਗੱਲ ਹੋਈ ਹੈ ਤੇ ਵੈਸੇ ਤਾਂ ਮੈਂ ਇਦਾਂ ਦੇ ਬਹੁਤੇ ਝਮੇਲੇ 'ਚ ਸੱਚੀ ਗੱਲ ਹੈ ਪੈਂਦਾ ਨਹੀਂ ਹੈ, ਕਿਉਂਕਿ ਉਹਨਾਂ ਲੋਕਾਂ ਨੂੰ ਫਿਰ ਜ਼ਰੂਰ ਕਹਿਣਾ ਪੈਂਦਾ ਜਿਹੜੇ ਲੋਕ ਸਿਰਫ ਪਬਲਿਸਿਟੀ ਵਾਲਾ ਐਂਗਲ ਹੀ ਦੇਖਦੇ ਆ। ਵੈਸੇ ਤਾਂ ਕਿਉਂਕਿ ਜੇ ਸਕੂਲਾਂ ਦਾ ਕੰਪੈਰੀਜ਼ਨ ਕਰੀਏ ਸਾਡੇ ਲਗਭਗ 19,000 ਸਕੂਲ ਹੈ ਤੇ ਦਿੱਲੀ ਦੇ ਵਿੱਚ 2600 ਸਕੂਲ ਹੈ, ਉਹਦਾ ਕੰਪੈਰੀਜ਼ਨ ਨਹੀਂ ਹੋ ਸਕਦਾ ਕਿਉਂਕਿ ਉਹ ਇੱਕ ਕੇਜਰੀਵਾਲ ਜੀ ਨਾ ਇੱਕ ਮਿਊਨਿਸਪੈਲਿਟੀ ਚਲਾ ਰਹੇ ਆ। ਰਿਐਲਿਟੀ ਇਹ ਹੈ ਤੇ ਉਹਨੂੰ ਕੰਪੇਅਰ ਇੱਕ ਸੂਬੇ ਨਾਲ ਕਰਨਾ, ਔਰ ਸੂਬਾ ਵੀ ਉਹੋ ਜਿਹਾ ਜਿਹਦੇ ਵਿੱਚ ਕਿਉਂਕਿ ਬਾਰਡਰ ਏਰੀਆ ਬਹੁਤ ਹੈ, ਕੰਪਰਾਈਜ਼ਸ ਆਫ ਵਿਲੇजेस ਹੈ, ਔਰ ਫਿਰ ਮੈਂ ਇਹ ਸਮਝਦਾ ਕਿ ਇੱਕ 10 ਸਕੂਲਾਂ ਦਾ ਸਾਰੇ ਪੈਸੇ ਖਰਚ ਕਰਕੇ ਤੇ ਉਹਦੇ ਤੇ ਇਨਫਰਾਸਟ੍ਰਕਚਰ ਬਣਾ ਕੇ ਤੇ ਉਹਨੂੰ ਪਬਲਿਸਾਈਜ਼ ਕਰਕੇ ਇੱਕ ਗੱਲ ਜ਼ਰੂਰ ਮੈਂ ਸਮਝਦਾ ਕਿ ਜਿਹੜੀ ਪਬਲਿਸਿਟੀ ਆ ਸਾਡੇ ਖੀੜਾ ਸਾਹਿਬ ਨੇ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਆ, ਕਿਉਂਕਿ 22 ਕਰੋੜ ਤੋਂ 600 ਕਰੋੜ ਤੇ ਪਬਲਿਸਿਟੀ ਵਾਲਾ ਜ਼ਰੂਰ ਐਂਗਲ ਉਹਨਾਂ ਨੇ ਕਵਰ ਕਰ ਲਿਆ, ਲੇਕਿਨ ਕਦੀ ਇਹ ਨਹੀਂ ਸੋਚਿਆ ਕਿ 19,000 ਸਕੂਲ ਦਾ ਜਿਹੜਾ ਉਹ ਦਿੱਲੀ ਦੇ ਨਾਲ ਜਿਹੜਾ ਕੰਪੈਰੀਜ਼ਨ ਕੀਤਾ ਨਹੀਂ ਜਾ ਸਕਦਾ। ਹਾਂ ਜੇ ਕਰਨਾ ਹੀ ਆ ਤੇ ਮੈਂ ਅੱਛਾ ਇਹ ਨਹੀਂ ਪਤਾ ਲੱਗਿਆ ਮੈਨੂੰ ਦਿੱਲੀ ਦੀ ਸਾਰੀ ਸਰਕਾਰ ਹੀ ਇਸ ਕੰਮ ਤੇ ਲੱਗ ਗਈ। ਅੱਛਾ ਕੇਜਰੀਵਾਲ ਜੀ ਵੀ, ਸਿਸੋਦੀਆ ਜੀ ਵੀ, ਕਿਉਂਕਿ ਸਿਆਣੇ ਬੰਦੇ ਆ, ਮੈਂ ਤਾਂ ਪੋਲੀਟੀਕਲ ਸਿਸਟਮ 'ਚ ਬਹੁਤਾ ਇਸ ਗੱਲ ਨੂੰ ਤਰਜੀਹ ਨਹੀਂ ਦਿੰਦਾ ਕਿਉਂਕਿ ਉਹਨਾਂ ਦੇ ਸਰਕਮਸਟੈਂਸਸ ਤੇ ਸਾਡੇ ਸਰਕਮਸਟੈਂਸਸ ਦੇ ਵਿੱਚ ਫਰਕ ਆ। ਅੱਛਾ ਉਹ ਹਮੇਸ਼ਾ ਦਿੱਲੀ ਨੂੰ ਪੰਜਾਬ ਨਾਲ ਕੰਪੇਅਰ ਕਰ ਲੈਂਦੇ ਆ ਵੀ ਦਿੱਲੀ ਨੂੰ ਪੰਜਾਬ ਨਾਲ ਕੰਪੇਅਰ ਕੀਤਾ ਨਹੀਂ ਜਾ ਸਕਦਾ ਜੋ ਪੰਜਾਬ ਦੇ ਵਿੱਚ ਆ। ਅੱਛਾ ਜੇ ਕਰਨਾ ਹੀ ਆ ਤਾਂ ਮੈਂ ਕਹਿੰਦਾ ਫਿਰ ਸਾਡਾ 250 ਸਕੂਲ ਅਸੀਂ ਕਰ ਲੈਂਦੇ ਆ ਜਾਓ, ਜਿਹੜੇ ਨੇ ਵੀ ਕਿਸੇ ਨੇ ਆਉਣਾ। ਅੱਛਾ ਜਿਹੜਾ PGI ਇੰਡੈਕਸ ਹੈ ਉਹਦੇ ਮੁਤਾਬਕ ਆ ਲੇਟੈਸਟ ਸਰਵੇ ਜਿਹੜਾ ਆਇਆ, ਅੱਛਾ ਇਹ ਤਾਂ ਉਹਨੂੰ ਪੁਰਾਣੇ ਨੂੰ ਯੂਜ਼ ਕਰ ਕਰਕੇ ਕਿਉਂਕਿ 10 ਸਕੂਲਾਂ ਦੀਆਂ ਫੋਟੋਆਂ ਪਾ ਕੇ। ਅੱਛਾ ਜੇ ਮੈਂ ਕਹਿੰਦਾ ਫਿਰ ਜੇ ਪੋਲੀਟੀਕਲ ਐਂਗਲ ਨੂੰ, ਅੱਛਾ ਇਹ ਬਈ ਇਹਨਾਂ ਦੇ ਸਰਦਾਰ ਫੂਲਕਾ ਜੀ ਜਿਹੜੇ LOP ਦੇ ਲੀਡਰ ਆਫ ਓਪੋਜੀਸ਼ਨ ਸੀ, ਉਹਨਾਂ ਨੇ ਔਨ ਦਾ ਫਲੋਰ ਆਫ ਦਾ ਹਾਊਸ ਇਹ ਕਿਹਾ ਕਿ ਹਾਂ ਵੀ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਜਦੋਂ ਅਸੀਂ 1 ਨੰਬਰ ਤੇ ਆਏ। ਤੇ ਇਹਨਾਂ ਦੇ ਬਾਕੀ ਹੋਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ, ਅੱਛਾ ਇਹ 4.5 ਸਾਲ ਕਿੱਥੇ ਸੀ? ਮੈਨੂੰ ਲੱਗਦਾ ਇਹਨਾਂ ਦੇ ਕਦੀ MLA ਵੀ ਸਕੂਲਾਂ 'ਚ ਗਏ ਨਹੀਂ ਹੋਣੇ, ਕਿਤੇ ਦੇਖਿਆ ਤੱਕ ਵੀ ਨਹੀਂ ਹੋਣਾ। ਲੇਕਿਨ ਅਨਫੋਰਚੂਨੇਟਲੀ ਅੱਛਾ ਜੇ ਕਰਨਾ ਹੀ ਆ ਕੰਪੇਅਰ ਤੇ ਆਪਾਂ ਇਨਫਰਾਸਟ੍ਰਕਚਰ ਦਾ ਤੇ ਸਮਾਰਟ ਕਲਾਸਿਸ ਦਾ, ਅੱਛਾ ਸਾਡਾ ਜਿਹੜਾ ਬਾਰਡਰ ਏਰੀਆ ਉਹਦਾ, ਤੇ ਜੇ ਅਧਿਆਪਕਾਂ ਦੀ ਭਰਤੀ ਦਾ ਉਹਦਾ ਡਾਟਾ, ਅੱਛਾ ਮੈਂ ਤੁਹਾਡੇ ਨਾਲ ਇਨਫੈਕਟ ਹੋਰ ਡਾਟਾ ਵੀ ਸ਼ੇਅਰ ਕਰ ਸਕਦਾ ਜੇ ਇਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੰਪੈਰੀਜ਼ਨ ਕਰਨਾ। ਸਾਡੀ ਇਹਨਾਂ ਦੇ 2767 ਸਕੂਲ ਆ, ਸਾਡੇ 19,377 ਸਕੂਲ ਆ, ਔਰ ਇਹਨਾਂ ਦਾ ਡ੍ਰੌਪ ਆਊਟ ਰੇਟ ਜਿਹੜਾ ਆ ਸਾਡੇ ਪੰਜਾਬ ਦੇ ਵਿੱਚ ਅਪਰ ਪ੍ਰਾਇਮਰੀ ਦੇ ਵਿੱਚ ਬਿਲਕੁਲ 0% ਡ੍ਰੌਪ ਆਊਟ ਰੇਟ ਹੈ, ਜਦਕਿ ਇਹਨਾਂ ਦਾ 0.2% ਹੈ। ਔਰ ਇਦੋਂ ਵੀ ਜਿਹੜਾ ਖਾਸ ਕਰਕੇ ਇਹ ਜਿਹੜੇ ਟੀਚਰਸ ਦੀ ਗੱਲ ਕਰਦੇ ਆ, ਦਿੱਲੀ ਦੇ ਵਿੱਚ ਜਿਹੜੀ ਬੱਚੇ ਦੀ ਔਰ ਟੀਚਰ ਦੀ ਰੇਸ਼ੋ ਆ ਉਹ ਦਿੱਲੀ ਦੇ ਵਿੱਚ 32.27% ਹੈ, ਜਦਕਿ ਪੰਜਾਬ ਦੇ ਵਿੱਚ 25% ਹੈ। ਔਰ ਇਸੇ ਤਰ੍ਹਾਂ ਹੀ ਪ੍ਰਾਇਮਰੀ ਦੀ ਆ, ਇਸੇ ਤਰ੍ਹਾਂ ਸੈਕੰਡਰੀ ਦੀ ਆ, ਇਸੇ ਤਰ੍ਹਾਂ ਹਾਇਰ ਸੈਕੰਡਰੀ ਦੀ ਆ। ਔਰ ਮੈਂ ਤਾਂ ਇਸ ਗੱਲ ਤੇ ਹੈਰਾਨ ਆ, ਇਹਨੂੰ ਮੈਂ ਕਹਿੰਦਾ ਫਿਰ ਆਪਾਂ ਹੋਰ ਤਰ੍ਹਾਂ ਦੇਖ ਲਈਏ। ਜਿੰਨੇ NRI ਸੀ, ਜਿੰਨੇ ਇਹ ਪੈਸੇ ਪੰਜਾਬ ਤੋਂ ਪਿਛਲੀ ਵਾਰੀ ਠੱਗ ਕੇ ਲੈ ਕੇ ਗਏ, ਇਹ ਚਾਹੁੰਦੇ ਸੀਗੇ
ਇਹ ਤਾਂ ਇਹਨਾਂ ਨੇ ਸਟੇਟਮੈਂਟਾਂ ਵੀ ਦਿੱਤੀਆਂ ਵੀ ਹਾਂ ਵੀ ਅਸੀਂ ਇਹਦਾ ਕੱਲੀ ਪਾਈ ਦਾ ਹਿਸਾਬ ਕਿਤਾਬ ਦੇਵਾਂਗੇ, ਲੇਕਿਨ ਅੱਜ ਇਹ ਤਾਂ ਪਤਾ ਨਹੀਂ ਸਰਕਾਰ ਆਉਣ ਦੇ ਸੁਪਨੇ ਲੈਂਦੇ ਆ ਨਾ ਵੀ ਅਸੀਂ 1000 ਰੁਪਇਆ ਦੇ ਦਾਂਗੇ ਜੀ, ਅਸੀਂ ਇੰਨਾ ਦੇ ਦਾਂਗੇ, ਅਸੀਂ ਇੰਨਾ ਦੇ ਦਾਂਗੇ। ਬਈ ਉਹ ਤਾਂ ਇਹਨਾਂ ਦਾ ਪਾਰਟੀ ਲੈਵਲ ਦਾ ਹਿਸਾਬ ਸੀਗਾ। ਉਹ ਸਾਰੇ NRIs ਨੂੰ ਇਹ ਦੇ ਦੇਣ, ਸਾਡੇ ਪੰਜਾਬ ਨੂੰ ਦੇ ਦੇਣ ਵੀ ਹਾਂ ਵੀ ਜੋ ਇਹ ਨਹੀਂ ਪੰਜਾਬ ਤੋਂ ਲੈ ਕੇ ਗਏ ਆ, ਇਹ ਉੱਥੇ ਤਾਂ ਕਹਿੰਦੇ ਸੀ ਵੀ ਅਸੀਂ ਪੰਜਾਬ ਦੇ ਵਿੱਚ ਪੈਸੇ ਲਾਵਾਂਗੇ। ਤੇ ਇਹਨਾਂ ਨੇ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਪੈਸੇ ਤਾਂ ਲਾਉਣ ਦੀ ਦੂਰ ਦੀ ਗੱਲ ਹੈ, ਉਹ ਪੈਸੇ ਗਏ ਕਿੱਥੇ ਨਹੀਂ ਅੱਜ ਤੱਕ ਹਿਸਾਬ ਤੱਕ ਨਹੀਂ ਦਿੱਤਾ। ਇਹ ਤਾਂ ਸਰਕਾਰ ਆਉਣ ਦੀ ਗੱਲ ਕਰਦੇ ਆ ਨਾ, ਇਹ ਤਾਂ ਪਾਰਟੀ ਦਾ ਕੰਮ ਸੀ। ਔਰ ਅਨਫੋਰਚੂਨੇਟਲੀ ਸਿਸੋਦੀਆ ਜੀ, ਕੇਜਰੀਵਾਲ ਜੀ, ਇਹਨਾਂ ਚੀਜ਼ਾਂ ਦੇ ਵਿੱਚ ਨਾ ਪਾਓ। ਇਹ ਕੋਈ ਬਹੁਤੀਆਂ ਚੰਗੀਆਂ ਨਹੀਂ ਹੈ। ਮੈਂ ਤੁਹਾਡੀ ਮਾਨਸਿਕਤਾ ਨੂੰ ਵੀ ਸਮਝਦਾ ਔਰ ਮੈਂ ਹਮੇਸ਼ਾ ਕਦੀ ਇਹਨਾਂ ਵਿਵਾਦ ਦੇ ਵਿੱਚ ਪੈਂਦਾ ਨਹੀਂ ਹੈ। ਠੀਕ ਆ, ਤੁਸੀਂ ਵੀ ਉੱਥੇ ਕੰਮ ਕਰ ਰਹੇ, ਆਪਣਾ ਕਰੋ, ਲੇਕਿਨ ਐਟ ਦਾ ਸੇਮ ਟਾਈਮ ਜਦੋਂ ਇਹਨੂੰ ਕੰਪੈਰੀਜ਼ਨ ਕਰਦੇ ਆ ਨਾ, ਤੇ ਜਿਹਦੇ ਆਪਣੇ ਘਰ ਦੇ ਜਿਹੜੇ ਸ਼ੀਸ਼ੇ ਦੇ ਹੁੰਦੇ ਆ ਨਾ, ਉਹ ਪੱਥਰ ਨਹੀਂ ਮਾਰਦੇ ਹੁੰਦੇ, ਕਿਉਂਕਿ ਤੁਹਾਡੇ ਤੇ ਕਿਸੇ ਦਾ ਵਿਸ਼ਵਾਸ ਹੀ ਹੈ ਨਹੀਂ ਪੰਜਾਬ ਦੇ ਵਿੱਚ। ਤਾਂ ਤੁਸੀਂ ਆਪਣਾ ਇੱਕ ਵੀ, ਤੁਹਾਨੂੰ ਪੰਜਾਬ ਨੇ 4 MP ਦਿੱਤੇ, ਅਸੈਸ ਕਰਨਾ ਚਾਹੀਦਾ। ਪੰਜਾਬ ਨੇ 4 MP ਦਿੱਤੇ ਔਰ ਉਹ ਵੀ ਇੰਟੈਲੀਜੈਂਟ MP। ਫੂਲਕਾ ਜੀ ਦਿੱਤੇ ਤੁਹਾਨੂੰ ਧਰਮਵੀਰ ਗਾਂਧੀ ਦਿੱਤੇ, ਔਰ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਸੂਟ ਕੀਤਾ ਹੋਵੇ, ਕਿਉਂਕਿ ਪੰਜਾਬ ਦਾ ਵੈਸੇ ਬੇਸਿਕਲੀ ਤੁਸੀਂ ਤਾਂ ਪੰਜਾਬ ਦੀ ਉੱਥੇ ਬਹਿ ਕੇ ਸੱਤਾ ਜਿਹੜੀ ਆ ਉਹ ਲੈਣਾ ਚਾਹੁੰਦੇ ਆ। ਅਦਰਵਾਈਜ਼ ਤੁਹਾਡਾ ਪੰਜਾਬ ਏਜੰਡਾ ਨਹੀਂ ਹੈ। ਪੰਜਾਬ ਦੀ ਤੁਸੀਂ ਗੱਲ ਨਹੀਂ ਕਰਦੇ, ਕਿਉਂਕਿ ਜਦੋਂ ਤੁਸੀਂ ਹਰਿਆਣਾ ਲੰਘ ਜਾਂਦੇ ਆ ਹੋਰ ਗੱਲ ਕਰਦੇ ਆ, ਜਦੋਂ ਤੁਸੀਂ ਹਰਿਆਣੇ ਤੋਂ ਇੱਧਰ ਆ ਜਾਂਦੇ ਆ ਹੋਰ ਗੱਲ ਕਰਦੇ ਆ। ਕਿਉਂਕਿ ਇਹ ਠੀਕ ਆ ਵੀ ਤੁਹਾਡਾ ਸਾਈਜ਼ ਜਿਹੜਾ 38 ਦਾ ਆ, ਤੁਸੀਂ 42 ਦੀ ਸ਼ਰਟ ਪਾ ਕੇ ਆ ਜਾਂਦੇ ਵੀ ਹਾਂ ਵੀ ਇਹ ਬਹੁਤ ਸ਼ਰੀਫ ਬੰਦਾ ਆ। ਇਦਾਂ ਦੀ ਕੋਈ ਗੱਲ ਨਹੀਂ ਹੈ। ਔਰ ਇਦਾਂ ਦੀ ਬੇਸਿਕਲੀ ਦੇਖੋ ਹੁਣ ਹੋਇਆ ਕੀ ਆ ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਡੈਫਿਸਿਟ ਆ ਗਿਆ ਲੀਡਰਾਂ ਪ੍ਰਤੀ, ਔਰ ਉਹ ਕਿਉਂਕਿ ਆਪਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ। ਮੇਰਾ ਖਿਆਲ ਹੈ ਵੀ ਆਪਾਂ ਕੰਮ ਕਰੀਏ, ਇਹਨਾਂ ਚੀਜ਼ਾਂ ਨੂੰ ਰਹਿਣ ਦਈਏ ਇਸ ਡਿਬੇਟ ਦੇ ਵਿੱਚ ਪੈਣ ਨੂੰ। ਇਹ ਡਿਬੇਟ ਮੈਨੂੰ ਨਹੀਂ ਲੱਗਦਾ ਕਿਸੇ ਡੈਮੋਕ੍ਰੇਸੀ ਲਈ ਚੰਗੀ ਹੋਵੇ। ਇੰਟਰਨਲ ਡੈਮੋਕ੍ਰੇਸੀ ਜਿਹੜੀ ਆ ਉਹ ਹਮੇਸ਼ਾ ਹੀ, ਕਿਉਂਕਿ ਮੈਂ ਤਾਂ ਕੱਲ ਦਿੱਲੀ ਸੀ, ਸੱਚੀ ਗੱਲ ਹੈ, ਉੱਥੇ ਕੁਝ ਪੱਤਰਕਾਰ ਦੋਸਤ ਮਿਲ ਗਏ ਤੇ ਉਹ ਗੱਲਾਂ ਕਰਨ ਲੱਗ ਪਏ। ਮੈਂ ਕਿਹਾ ਦੇਖੋ, ਜਿਹੜੀ ਤਾਂ BJP ਗੱਲ ਕਰੇ ਉਹ ਤਾਂ ਸਾਰੀ ਦੇਸ਼ ਪ੍ਰੇਮੀ ਆ, ਤੇ ਜਿਹੜਾ ਕੇਜਰੀਵਾਲ ਸਰਟੀਫਿਕੇਟ ਦੇਵੇ ਉਹ ਸਾਰਾ ਇਮਾਨਦਾਰੀ ਦਾ ਸਰਟੀਫਿਕੇਟ ਆ। ਇਹਨਾਂ ਤੋਂ ਇਲਾਵਾ ਕੋਈ ਹੋਰ ਸਰਟੀਫਿਕੇਟ ਹੀ ਹੈ ਨਹੀਂ। ਇਹਨਾਂ ਕੋਲੋਂ ਸਾਨੂੰ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਸੋ ਇਸ ਕਰਕੇ ਆਪਾਂ ਸਾਰੇ ਜਣੇ ਇੱਕ ਚੰਗੀ ਡੈਮੋਕ੍ਰੇਸੀ ਵੱਲੋਂ ਤੁਰੀਏ, ਤਾਂ ਕਿ ਆਪਾਂ ਪੰਜਾਬ ਦਾ, ਹਿੰਦੁਸਤਾਨ ਦਾ, ਕਿਉਂਕਿ ਜੋ ਹਿੰਦੁਸਤਾਨ ਦਾ ਹੋ ਰਿਹਾ ਇਹ ਬਹੁਤੇ ਚੰਗੇ ਡਾਇਰੈਕਸ਼ਨ ਨੂੰ ਨਹੀਂ ਹੈ, ਬਹੁਤੇ ਚੰਗੇ ਪਾਸੇ ਨੂੰ ਨਹੀਂ ਹੈ। ਇਹਦੇ ਤੇ ਆਪਾਂ ਨੂੰ ਖੜ ਕੇ ਕੰਮ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਹੈ। ਥੈਂਕ ਯੂ। ਕਾਫੀ ਟੀਚਰਸ ਦਾ ਪ੍ਰੋਟੈਸਟ ਚੱਲਦਾ ਪਿਆ। ਜਦੋਂ ਵਿਜੇਂਦਰ ਸਿੰਘਲਾ ਸੀਗੇ ਤਾਂ ਤੁਸੀਂ ਕਹਿੰਦੇ ਸੀ ਕਿ ਟੀਚਰਸ ਨੂੰ ਮਿਲਦੇ ਕਿਉਂ ਨਹੀਂ, ਮਿਲਣ ਤੇ ਗੱਲ ਹੋਏਗੀ ਤਾਂ ਸੋਲਵ ਹੋ ਜਾਏਗੀ। ਮੈਂ ਤਾਂ, ਮੈਨੂੰ ਲੱਗਦਾ ਕਿ ਸਾਰੀਆਂ ਟੀਚਰ ਯੂਨੀਅਨ ਨੂੰ 10-10 ਵਾਰ ਮਿਲਿਆ। ਕੁਛ ਮੈਂ ਇਹਦੇ ਤੇ ਵੀ ਗੱਲ ਕਰਨੀ ਚਾਹੁੰਦਾ, ਕਿਉਂਕਿ ਕੁਛ ਇਹਨਾਂ ਦੇ ਆਪਸੀ ਕਨਫਲਿਕਟ ਹੈ। ਉਹ ਇਸ ਕਰਕੇ ਕਨਫਲਿਕਟ ਆ ਕਿਉਂਕਿ ਸਾਡੀ ਭਰਤੀ ਲਗਭਗ 20,000 ਟੀਚਰ ਦੀ, ਇੱਕ 2364 ਹੈ, ਇੱਕ 6635 ਆ, ਇੱਕ 8393। ਸੋ ਲਗਭਗ 18-19,000 ਟੀਚਰ ਦੀ ਭਰਤੀ ਹਾਈ ਕੋਰਟ ਦੇ ਵਿੱਚ ਸਟਕ ਹੋਈ ਆ। ਉਹ ਇਸ ਕਰਕੇ ਹੋਈ ਆ ਕਿ ਕੁਝ ਟੀਚਰਸ ਨੇ ਕੋਰਟ ਦੇ ਵਿੱਚ ਕੇਸਿਸ ਕੀਤੇ ਹੋਏ ਆ। ਔਰ ਮੈਂ ਇਨਫੈਕਟ ਤੁਹਾਡੇ ਜ਼ਰੀਏ ਵੀ ਇਹਨਾਂ ਨੂੰ ਰਿਕੁਐਸਟ ਕਰੂੰਗਾ, ਕਿਉਂਕਿ ਸਾਡੇ ਹੀ ਬੱਚੇ ਆ, ਕਿਉਂਕਿ ਟੀਚਰ ਨੇ ਹੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਸਮਾਜ ਨੂੰ ਬਿਲਡ ਅਪ ਕਰਨਾ ਹੁੰਦਾ। ਟੀਚਰ, ਪੇਰੈਂਟਸ ਤੇ ਟੀਚਰ ਦੋ ਇਹੋ ਜਿਹੇ ਇਨਸਾਨ ਆ ਜਿਨ੍ਹਾਂ ਨੇ ਬੱਚੇ ਨੂੰ ਸ਼ੇਪ ਅਪ ਕਰਨਾ ਹੁੰਦਾ। ਮੈਂ ਹਮੇਸ਼ਾ ਇਸ ਗੱਲ ਦੀ ਰਿਸਪੈਕਟ ਕਰਦਾ ਔਰ ਮੈਂ ਇਹਨਾਂ ਨੂੰ ਇਹ ਰਿਕੁਐਸਟ ਕਰਦਾ ਕਿ ਆਪਾਂ ਸਾਰੇ ਜਣੇ, ਮੈਂ ਕਿਹਾ ਸੀ ਜਾਂ ਤਾਂ ਇੱਕ ਜਥੇਬੰਦੀ ਬਣਾਓ, ਤੁਹਾਡੇ ਜਿਹੜੇ ਆਪਸੀ ਕਨਫਲਿਕਟ ਆ ਤੁਸੀਂ ਉਹ ਤਾਂ ਸੋਲਵ। ਹੁਣ ਮੰਨ ਲਓ ਇੱਕ ਕਹਿੰਦਾ PTT ਚਾਹੀਦਾ, ਦੂਜਾ ਕਹਿੰਦਾ ਨਹੀਂ ਚਾਹੀਦਾ। ਹੁਣ ਜਿਹੜਾ, ਔਰ ਇੱਕ ਗੱਲ ਹੋਰ ਵੀ ਆ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਣਾ। ਇੱਕ ਟੀਚਰ ਇੱਕ ਟੈਂਕੀ ਤੇ ਚੜਿਆ, ਕਿਉਂਕਿ ਮੈਨੂੰ ਬਹੁਤ ਬੰਦਿਆਂ ਨੇ ਕੁਐਸਚਨ ਕੀਤੇ, ਮੈਂ ਸਾਰੀ ਡਿਟੇਲ ਪੁੱਛੀ, ਉਹਦੇ ਨੰਬਰ 22 ਆ। ਇਹਦਾ ਮਤਲਬ ਜਾਂ ਤਾਂ ਸਕੂਲੇ ਕਦੀ ਗਿਆ ਹੀ ਨਹੀਂ, ਕੰਧ ਤੇ ਰਿਹਾ। ਮੈਂ ਕਦੀ ਵੀ ਇਸ ਗੱਲ ਲਈ ਨਾ ਕਦੀ ਝੁਕਿਆ ਹੀ ਆ, ਨਾ ਕਦੀ ਇਸ ਗੱਲ ਲਈ ਕੰਪਰੋਮਾਈਜ਼ ਹੀ ਕੀਤਾ। ਯੈਸ, ਜਿਹੜੇ ਬੱਚੇ ਮੈਰਿਟ ਦੇ ਵਿੱਚ ਹੈਗੇ ਆ, ਮੈਨੂੰ ਅਫਸੋਸ ਹੁੰਦਾ ਕਿ ਜਦੋਂ ਉਹ ਕਿਤੇ ਧਰਨੇ ਤੇ ਬੈਠਦੇ ਆ। ਮੈਂ ਤਾਂ
ਪਿੱਛੇ ਜੇ ਵੀ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਯਾਰ ਆ ਜਾਓ ਮੇਰੇ ਨਾਲ ਜਦੋਂ ਮਰਜ਼ੀ ਗੱਲ ਕਰ ਲਓ, ਲੇਕਿਨ ਜਿਹੜੀਆਂ ਆਪਸ ਵਿੱਚ ਇਹਨਾਂ ਦਾ ਕਨਫਲਿਕਟ ਆ, ਆਪ ਹੁਣ ਕੋਰਟ ਦੇ ਇਸ਼ੂਜ਼ ਹੈਗੇ ਆ। ਜੇ ਸਾਡੀ 19,000 ਦੀ ਭਰਤੀ ਲਗਭਗ ਕੋਰਟ ਦੇ ਵਿੱਚ 1 ਤਰੀਕ ਹੈ, ਅੱਛਾ ਇਹਨਾਂ ਨੂੰ ਵੀ ਪਤਾ ਇੱਕ ਸਟਕ ਡਾਊਨ ਹੋ ਗਈ, ਕਿਉਂਕਿ ਮੈਂ 3 ਦਿਨ ਏਜੀ ਕੋਲ ਆਪ ਖੁਦ ਬਹਿ ਕੇ, ਐਡਵੋਕੇਟ ਜਨਰਲ ਕੋਲ ਖੁਦ ਬਹਿ ਕੇ ਮੈਂ ਕਿਹਾ ਵੀ ਇਹ ਕੰਟੀਨਿਊ ਇਹਦੀ ਬਹਿਸ ਕਰਾਉਣੀ ਹੈ, ਔਰ ਉਹਦੇ ਵਿੱਚ 29 ਹੁਣ 29 ਨਵੰਬਰ ਹੈ, 2 ਦਸੰਬਰ ਹੈ, ਔਰ ਇਹਦੇ ਤੋਂ ਇਲਾਵਾ ਅਸੀਂ ਲਗਭਗ 15,000 ਜਿਹੜੇ ਟੀਚਰਸ ਹੈ ਉਹਦੀ ਭਰਤੀ ਹੋਰ ਜਿਹੜੀ ਆ ਉਹ ਡਿਪਾਰਟਮੈਂਟਸ ਨੂੰ ਲਿਖੀ ਆ, ਕਿਉਂਕਿ ਇਹ ਠੀਕ ਆ ਸਮਾਂ ਥੋੜਾ, ਬਟ ਐਟ ਦਾ ਸੇਮ ਟਾਈਮ ਸਰਕਾਰ ਵੱਲੋਂ ਕੋਈ ਇਹੋ ਜਿਹੀ ਸਮੱਸਿਆ ਨਹੀਂ ਹੈ, ਲੇਕਿਨ ਸੋਲੂਸ਼ਨ ਨੂੰ ਟਾਈਮ ਲੱਗਦਾ, ਕਿਉਂਕਿ ਪੈਨਿਕ ਆ ਵੀ ਪਤਾ ਨਹੀਂ ਕੋਡ ਆਫ ਕੰਡਕਟ ਲੱਗ ਗਿਆ, ਪਤਾ ਨਹੀਂ ਕੀ ਹੋ ਗਿਆ। ਆਈ ਐਮ ਵੈਰੀ ਪੋਜ਼ਿਟਿਵ, ਸਾਡੇ ਚੀਫ ਮਿਨਿਸਟਰ ਬਹੁਤ ਪੋਜ਼ਿਟਿਵ ਆ ਕਿ ਹਾਂ ਬਈ ਅਸੀਂ ਇਹਨੂੰ ਸੋਲਵ ਕਰਨਾ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਜੇ 4 ਸੜਕਾਂ ਘੱਟ ਵੀ ਬਣ ਜਾਣਗੀਆਂ ਕੁਛ ਨਹੀਂ, ਲੇਕਿਨ ਜੇ ਸਾਡੀ ਆਉਣ ਵਾਲੀ ਪੀੜ੍ਹੀ ਜੇ ਉਹਨੂੰ ਅਸੀਂ ਸਮੇਂ ਦਾ ਹਾਣੀ ਬਣਾ ਸਕੇ ਤਾਂ ਉਹ ਹੀ ਸਾਡੀ ਬਿਹਤਰੀ ਲਈ ਕੰਮ ਕਰ ਸਕਦੀ ਆ, ਆਪਣੀ ਬਿਹਤਰੀ ਲਈ ਕਰ ਸਕਦੀ ਆ, ਪੰਜਾਬ ਦੀ ਬਿਹਤਰੀ ਲਈ ਕੰਮ ਕਰ ਸਕਦੀ ਆ। ਟੀਚਰ ਜਿਹੜਾ ਉਹ ਜਿੰਨਾ ਕੰਫਰਟ ਹੋਊਗਾ, ਕੰਫਰਟੇਬਲ ਲੈਵਲ ਦੇ ਵਿੱਚ ਜਾਊਗਾ, ਉਨਾ ਹੀ ਉਹ ਬਿਹਤਰ ਕੰਮ ਕਰ ਸਕੂਗਾ, ਉਨਾ ਹੀ ਸਾਡੇ ਬੱਚੇ ਜਿਹੜੇ ਆ, ਔਰ ਉਹਦੇ ਲਈ ਸਾਨੂੰ ਸਮੇਂ ਦਾ ਹਾਣੀ ਬਣਾਉਣਾ ਉਹ ਬਹੁਤ ਵੱਡਾ ਚੈਲੰਜ ਹੈਗਾ, ਔਰ ਉਹਦੇ ਲਈ ਅਸੀਂ ਕੰਮ ਕਰ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡੀ ਇਹ ਸਮੱਸਿਆ ਉਹਦੀ ਇੰਪਲੋਏਬਿਲਿਟੀ, ਮੈਂ ਤੁਹਾਡੇ ਨਾਲ ਈਵਨ ਹਾਇਰ ਐਜੂਕੇਸ਼ਨ ਦੀ ਗੱਲ ਵੀ ਕਰ ਸਕਦਾ, ਕਿਉਂਕਿ ਮੈਂ ਸਾਰੇ ਜਿੰਨੇ ਵਾਈਸ ਚਾਂਸਲਰ ਹੈਗੇ ਈਵਨ ਪ੍ਰਾਈਵੇਟ ਯੂਨੀਵਰਸਿਟੀਜ਼ ਦੇ, ਸਰਕਾਰੀ ਯੂਨੀਵਰਸਿਟੀਜ਼ ਦੇ, ਸਾਡੀ ਜਿਹੜੀ ਇੰਪਲੋਏਬਿਲਿਟੀ ਆ 10 ਤੋਂ 12% ਆ। ਮੈਂ ਕਿਹਾ ਇਹਦਾ ਮਤਲਬ ਕਿ ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਗੈਪ ਹੈਗਾ, ਕਿਉਂਕਿ ਮੈਂ ਇੰਡਸਟਰੀਲਿਸਟ ਵੀ ਸੱਦੇ ਸੀ, ਇੰਡਸਟਰੀਲਿਸਟ ਕਹਿੰਦੇ ਸਾਨੂੰ ਬੱਚਾ ਨਹੀਂ ਮਿਲਦਾ ਕੰਮ ਕਰਨ ਲਈ, ਬੱਚਾ ਕਹਿੰਦਾ ਮੈਨੂੰ ਨੌਕਰੀ ਨਹੀਂ ਮਿਲਦੀ, ਇਹਦਾ ਮਤਲਬ ਕਿਤੇ ਨਾ ਕਿਤੇ ਗੈਪ ਹੈਗਾ। ਮੈਂ ਕਿਹਾ ਲੈਟ ਅਸ ਸਿਟ ਟੂਗੇਦਰ, ਸਾਰੇ ਐਕਸਪਰਟਸ ਬੁਲਾ ਲਓ, ਕਿਉਂਕਿ ਜੇ ਕੁਝ ਸਾਨੂੰ ਬਾਹਰੋਂ ਵੀ ਹਾਇਰ ਕਰਨਾ ਪੈਂਦਾ ਵੀ ਹੈਵ ਟੂ ਥਿੰਕ ਔਨ ਦੋਜ਼ ਲਾਈਨ। ਮੈਂ ਸਾਡੇ ਪੂਰੀ ਕੈਬਨਿਟ ਨੂੰ ਵੀ ਕਿਹਾ, ਮੈਂ ਕਿਹਾ ਯਾਰ ਆਪਾਂ ਬਾਕੀ ਚੀਜ਼ਾਂ ਭਾਵੇਂ ਘੱਟ ਕਰ ਲਈਏ, ਲੇਕਿਨ ਇਹ ਇਸ਼ੂ ਜਿਹੜਾ ਬੱਚਿਆਂ ਨੂੰ ਪੜਾਉਣ ਦਾ ਇਸ਼ੂ ਆ, ਜੇ ਅਸੀਂ ਉਹਨਾਂ ਨੂੰ ਇੰਪਲੋਏਬਿਲਿਟੀ ਤੱਕ ਲੈ ਗਏ, ਜੇ ਉਹਨਾਂ ਨੂੰ ਸਮੇਂ ਦਾ ਹਾਣੀ ਬਣਾ ਲਿਆ, ਔਰ ਉਹਦੇ ਚੈਲੰਜਸ ਹੈਗੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਕਿਉਂਕਿ ਸਾਡੇ ਸਰਕਾਰੀ ਸਿਸਟਮ 'ਚ ਕਈ ਕਮਜ਼ੋਰੀਆਂ ਵੀ ਹੈਗੀਆਂ, ਪ੍ਰਾਈਵੇਟ ਸੈਕਟਰ ਕਾਸਟਲੀ ਬਹੁਤ ਹੈ, ਸਾਡੀਆਂ ਜਿਹੜੀਆਂ ਚੈਰੀਟੇਬਲ ਇੰਸਟੀਟਿਊਸ਼ਨਸ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੇ ਪ੍ਰੈਸ਼ਰ ਹੈਗੇ ਆ, ਚੈਲੰਜਸ ਵੀ ਹੈਗੇ ਆ, ਲੇਕਿਨ ਇਹਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਪੰਜਾਬ ਦਾ ਬੱਚਾ ਤਾਂ ਪੰਜਾਬ ਦਾ ਹੀ ਆ ਨਾ, ਉਹਨੂੰ ਅੱਗੇ ਲੈ ਕੇ ਜਾਣਾ, ਉਹਦੇ ਲਈ ਦੇਖੋ ਸਮਾਂ ਚਾਹੀਦਾ। ਮੈਂ ਨਹੀਂ ਕਹਿੰਦਾ ਓਵਰਨਾਈਟ ਹੁੰਦਾ, ਕਿਉਂਕਿ ਕਈ ਵਾਰੀ ਹੁਣ ਸਪੋਰਟਸ ਦੀ ਕਈ ਵਾਰੀ ਗੱਲ ਆਉਂਦੀ ਆ ਜਿਹੜੇ ਹੁਣ ਸਾਡੇ ਆ ਬੱਚੇ ਮੈਡਲ ਲੈ ਕੇ ਆਏ ਆ, ਇਹ 2005 ਦਾ ਪਹਿਲਾ ਬੈਚ ਹੈ ਜਿਹੜੇ ਅਸੀਂ ਇਹਨਾਂ ਨੂੰ ਠੀਕ ਏਜ ਗਰੁੱਪ ਦੇ ਵਿੱਚ ਠੀਕ ਟ੍ਰੇਨਿੰਗ ਦੇ ਕੇ, ਤਾਂ ਇਹ 11 ਬੱਚੇ ਜਿਹੜੇ ਪੰਜਾਬ ਦੇ ਹਿੰਦੁਸਤਾਨ ਦੀ ਟੀਮ ਦੇ ਮੈਡਲ ਲੈ ਕੇ ਆਏ ਆ। ਇਹ ਬੇਸਿਕਲੀ ਲੌਂਗ ਟਰਮ ਦੀ ਗੱਲ ਹੈ, ਇਹ ਐਜੂਕੇਸ਼ਨ ਵੀ ਲੌਂਗ ਟਰਮ ਦੀ ਗੱਲ ਹੈ, ਔਰ ਸਪੋਰਟਸ ਵੀ ਜਿਹੜੀ ਉਹ ਲੌਂਗ ਟਰਮ ਦੀ ਗੱਲ ਹੈ। ਤੋਂ ਇਸ ਕਰਕੇ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਕਰਦਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹ ਬੱਚੇ ਕਦੀ ਵੀ ਮੇਰੇ ਜਿਹੜੇ 10 ਵਾਰੀ ਆਏ ਮੈਂ 10 ਵਾਰੀ ਮਿਲ ਲਿਆ, ਜਿਹੜੇ 20 ਵਾਰੀ ਆਏ ਮੈਂ 20 ਵਾਰੀ ਮਿਲ ਲਿਆ। ਮੈਂ ਕਿਹਾ ਯਾਰ ਮੈਨੂੰ ਕੰਮ ਕਰਨ ਦਿਓ, 35 ਦਿਨ ਹੋਏ ਆ, 36 ਦਿਨ ਹੋਏ ਆ, ਸੋ ਜਿਹੜੀਆਂ ਚੀਜ਼ਾਂ ਸੌਟ ਆਊਟ ਹੋ ਰਹੀਆਂ ਅਸੀਂ ਸੌਟ ਆਊਟ ਕਰ ਰਹੇ ਹਾਂ, ਜਿਹੜੀਆਂ ਇਹਨਾਂ ਦੇ ਆਪਸੀ ਕਨਫਲਿਕਟ ਆ ਉਹਨਾਂ ਨੂੰ ਬਿਠਾ ਕੇ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਐਂਡ ਆਫ ਦਾ ਡੇ ਇੱਕ ਕਹਿੰਦਾ ਜੀ 42 ਸਾਲ ਉਮਰ ਹੋਣੀ ਚਾਹੀਦੀ ਆ, ਇੱਕ ਕਹਿੰਦਾ ਜੀ ਰੈਗੂਲਰ ਉਮਰ ਹੋਣੀ ਚਾਹੀਦੀ ਆ। ਸਾਡੇ ਕਾਲਜਸ ਦੇ ਜਿਹੜੇ ਲੈਕਚਰਰ ਆ ਪਿਛਲੇ 22 ਸਾਲਾਂ 'ਚ ਕਿਸੇ ਨੇ ਲੈਕਚਰਰ ਨਹੀਂ ਭਰਤੀ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਉਹਦੇ ਵਿੱਚ ਇੰਟਰਵਿਊ ਦੇ 20 ਨੰਬਰ ਸੀ। 20 ਨੰਬਰ ਸੱਚੀ ਗੱਲ ਆ, ਉਹ ਕਿਤੇ ਨਾ ਕਿਤੇ ਇਨਫਲੂਐਂਸ ਵੀ ਹੁੰਦੇ ਸੀ ਤੇ ਉਹ ਕਰਪਸ਼ਨ ਵੀ ਸੀ। ਮੈਂ ਉਹ 20 ਦੇ 20 ਕੱਢ ਦਿੱਤੇ। ਮੈਂ ਕਹਿੰਦਾ ਜਿਹੜਾ ਮੈਰਿਟ ਤੇ ਆ ਜਾਊਗਾ ਉਹਨੂੰ ਮੈਨੂੰ ਲੱਗਦਾ ਕਿ ਅਸੀਂ 2, 3, 4 ਤਰੀਕ ਤੱਕ ਅਨਲੈਸ ਅਦਰਵਾਈਜ਼ ਕੋਈ ਕੋਰਟ ਦੀ ਕੋਈ ਇਦਾਂ ਦੀ ਡਾਇਰੈਕਸ਼ਨ ਨਾ ਹੋਈ, ਕਿਉਂਕਿ 22 ਸਾਲਾਂ ਦੇ ਵਿੱਚ, ਕਿਉਂਕਿ ਮੈਨੂੰ ਲੱਗਦਾ ਕਿ ਸਾਨੂੰ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਆ। ਸਾਡੇ ਕਾਲਜਸ ਜਿਹੜੇ ਆ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਉਣਾ, ਟੀਚਰਸ ਦੀ ਅਪਗ੍ਰੇਡੇਸ਼ਨ ਕਰਨੀ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਐਂਡ ਵੈਰੀ ਡਿਫਿਕਲਟ ਆਲਸੋ, ਕਿਉਂਕਿ ਇਹਨੂੰ ਸਾਨੂੰ ਇੱਧਰ ਨੂੰ ਸੋਚਣ ਦੀ ਜ਼ਰੂਰਤ ਆ। ਮੈਂ ਤਾਂ ਤੁਹਾਨੂੰ ਰਾਦਰ ਰਿਕੁਐਸਟ ਕਰੂੰਗਾ ਕਿ ਇਹਨਾਂ ਵੀ ਜਥੇਬੰਦੀਆਂ ਨਾ, ਜੇ ਕਿਤੇ ਤੁਹਾਨੂੰ ਵੀ ਕਿਤੇ ਚਾਂਸ ਮਿਲਦਾ, ਕਿਉਂਕਿ ਅਲਟੀਮੇਟਲੀ ਜਦੋਂ ਕੈਮਰਾ ਆਉਂਦਾ ਨਾ ਫਿਰ ਕਿਤੇ ਬਹੁਤਾ ਜ਼ਿਆਦਾ ਇਹ ਐਗਰੈਸਿਵ ਵੀ ਹੋ ਜਾਂਦੇ ਆ। ਇਹ ਨਾ ਦੇਖੋ, ਮੈਂ ਤੁਹਾਡੀ ਹਾਜ਼ਰੀ 'ਚ ਬਹਿਣ ਨੂੰ ਤਿਆਰ ਆ, ਕੋਈ ਰੌਲਾ ਹੀ ਨਹੀਂ ਹੈ। ਮੈਂ ਤਾਂ ਬੇਸਿਕਲੀ ਦੇਖੋ, ਤੁਸੀਂ ਡੈਮੋਕ੍ਰੇਸੀ ਦਾ ਚੌਥਾ ਪਿਲਰ ਹੋ, ਮੈਂ ਤੁਹਾਡੀ ਹਾਜ਼ਰੀ 'ਚ ਬਹਿਣ ਨੂੰ ਤਿਆਰ ਆ ਵੀ ਆ ਜਾਓ ਯਾਰ ਡਿਸਕਸ ਕਰ ਲਈਏ, ਉਹਦੇ ਚੋਂ ਚੰਗੀ ਚੀਜ਼ ਕੱਢ ਲਈਏ।
ਤੇ ਨੈਗੇਟਿਵਿਟੀ ਦੇ ਵਿੱਚੋਂ ਤਾਂ ਕੁਝ ਨਹੀਂ ਨਿਕਲੂਗਾ, ਕਿਉਂਕਿ ਜੇ ਕੰਮ ਨਹੀਂ ਕਰਨ ਦੇਣਗੇ, ਜੇ ਸਮਾਂ ਨਹੀਂ, ਮੈਂ ਤਾਂ ਇੱਕ ਦਿਨ ਮੀਟਿੰਗ ਵੀ ਜੇ ਕਰਦਾ ਤੇ ਰਾਤ ਨੂੰ ਕਰਦਾ, ਰਾਤ ਨੂੰ ਵੀ 7 ਵਜੇ ਬੈਠ ਕੇ, ਅੱਛਾ ਨਹੀਂ ਤਾਂ ਫਿਰ ਉਹ ਸਾਰੀ ਦਿਹਾੜੀ ਉਹੀ ਮੇਲ ਮਿਲਾਪ ਵਾਲਾ ਕੰਮ ਨਹੀਂ ਤਾਂ। ਸੋ ਇਸ ਕਰਕੇ ਤੁਸੀਂ ਕੱਲ ਆ ਰਹੇ ਆ ਤੇ ਟੀਚਰਸ ਨੂੰ ਮਿਲਣ ਜਾ ਰਹੇ ਆ। ਨਹੀਂ ਕੋਈ ਨਹੀਂ, ਡੈਮੋਕ੍ਰੇਸੀ ਦੇ ਵਿੱਚ ਕੇਜਰੀਵਾਲ ਦਾ ਤਾਂ ਕੰਮ ਇਹ ਆ, ਕਿਉਂਕਿ ਜਿਹੜਾ 22 ਕਰੋੜ ਦਾ ਇਨਹਾਂਸ ਕਰਕੇ 600 ਕਰੋੜ ਲੈ ਲਿਆ, ਉਹ 600 ਕਰੋੜ ਪਬਲਿਸਿਟੀ ਦਾ ਹੀ ਆ। ਮੋਦੀ ਜੀ ਦਾ ਵੀ ਇਹੀ ਕੰਮ ਆ। ਇਹ ਤੋਂ ਵੱਧ ਕੰਮ ਕਰ ਲਈਏ ਆਪਾਂ, ਕੰਮ ਕਰਕੇ ਜਿਹੜੀਆਂ ਸਮੱਸਿਆਵਾਂ ਕੁਝ ਸੋਲੂਸ਼ਨ ਕੱਢ ਲਈਏ, ਕਿਉਂਕਿ ਕਦੀ ਇਹ ਗੱਲ ਨਹੀਂ ਕਰਦੇ ਕਿ ਕਦੀ ਪਾਕਿਸਤਾਨ ਦੀ ਗੱਲ ਕਰ ਲੈਣਗੇ, ਕਦੀ ਇਹ ਨਵਜੋਤ ਸਿੱਧੂ ਦੀ ਗੱਲ ਕਰ ਲੈਣਗੇ। ਮੈਂ ਤਾਂ ਨਵਜੋਤ ਸਿੱਧੂ ਸੱਚੀ ਗੱਲ ਆ, ਦੋਨੇ ਇਕੱਠੇ ਸੀ ਜਦੋਂ ਪਾਕਿਸਤਾਨ ਗਏ ਆ, ਉੱਥੇ ਕੋਈ ਗੱਲ ਹੀ ਨਹੀਂ ਹੋਈ, ਲੇਕਿਨ ਇਹਨਾਂ ਨੇ ਕਹਿਤਾ ਵੀ ਬਈ ਉਹ ਬੜਾ ਭਾਈ ਕਹਾ। ਬਈ ਜਦੋਂ ਮੋਦੀ ਜੀ ਜਾਂਦੇ ਆ ਔਰ ਅਨਇਨਵਾਈਟਡ ਜਾਂਦੇ ਆ, ਨਵਾਜ਼ ਸ਼ਰੀਫ ਦੇ ਬ੍ਰੇਕਫਾਸਟ ਤੇ ਚਲੇ ਗਏ ਜਿੱਦਣ ਉਹਨਾਂ ਦਾ ਬਰਥਡੇ ਸੀਗਾ, ਅੱਛਾ ਉਦੋਂ ਉਹ ਸਾਰਾ ਕੁਝ ਠੀਕ ਹੈ। ਅਨਫੋਰਚੂਨੇਟਲੀ ਦੇਖੋ, ਤੁਸੀਂ ਵੀ ਗੁੱਸਾ ਨਾ ਕਰਿਓ, ਜਿਹੜਾ ਸੈਕਸ਼ਨ ਆਫ ਮੀਡੀਆ ਨਾ ਜਿਹਨੂੰ ਗੋਦੀ ਮੀਡੀਆ ਕਹਿੰਦੇ ਆ, ਉਹ ਵੀ ਕਿਤੇ ਨਾ ਕਿਤੇ ਇਹੋ ਜਿਹਾ ਰੋਲ ਬਹੁਤ ਪਲੇ ਕਰਦਾ। ਪੰਜਾਬ 'ਚ ਅਸੀਂ ਬਹੁਤ ਲੱਕੀ ਆ ਵੀ ਜਿਹੜੇ ਪੰਜਾਬ 'ਚ ਸਾਰੇ ਜਣੇ ਇੰਡੀਪੈਂਡੈਂਟ ਗੱਲ ਕਰਦੇ ਆ। ਈਵਨ ਕਿ ਮੈਂ ਤਾਂ ਪੀਟਰ ਨੂੰ ਵੀ ਕਹਿਣਾ ਹੁੰਦਾ, ਚਲੋ ਭਾਵੇਂ ਸਾਡਾ ਪੂਰੀ ਗੱਲ ਕਰੋ। ਥੈਂਕ ਯੂ ਵੈਰੀ ਮਚ। ਇਹ ਪੀਟਰ ਨਾਲ 250 ਟੀਚਰ ਜਿਹੜੇ ਅੱਧੀ ਗੱਲ ਕਰਨੀ, ਪੀਟਰ ਨਾਲ ਬੇਨ ਸਾਹਿਬ ਨੋਟੀਫਿਕੇਸ਼ਨ ਦਾ ਮਸਲਾ ਹੈ। ਹਾਂ, ਮੈਰੀਟੋਰੀਅਸ ਸਕੂਲ ਦੇ ਜਿਹੜੇ ਟੀਚਰ ਨੇ ਉਹ ਤਾਂ ਨੋਟੀਫਿਕੇਸ਼ਨ ਚੱਕੀ ਫਿਰਦੇ ਆ ਸਰਕਾਰ ਦੀ, ਉਹਨਾਂ ਦਾ ਹੱਲ ਤਾਂ ਕਰ ਸਕਦੇ ਹੋ। ਇੱਕ ਉਹਦੀ ਨਾਲ ਹੀ ਹੈ, ਮੈਰੀਟੋਰੀਅਸ ਸਕੂਲਾਂ ਦੇ ਵਿੱਚ 2 ਸਾਲਾਂ ਤੋਂ ਬੱਚਿਆਂ ਦੀ ਐਡਮਿਸ਼ਨ ਨਹੀਂ ਹੁੰਦੀ। ਤੁਹਾਡੇ ਸਾਹਿਬ ਇੱਥੇ ਉਹ ਸੈਕਸ਼ਨ ਹਲੇ ਐਤਕੀ ਟੈਸਟ ਹੋਇਆ ਲੇਕਿਨ ਉਹ ਰਿਜ਼ਲਟ ਰਿਜ਼ਲਟ ਨਹੀਂ ਆਇਆ। ਉਹਦੇ ਵਿੱਚ ਨਾ ਕੋਈ ਟੈਕਨੀਕਲ ਪ੍ਰੋਬਲਮ ਹੈਗੀ ਆ, ਐਂਡ ਉਹ ਅਸੀਂ ਜਲਦੀ ਜਿਹੜੀ ਆ ਉਹਨੂੰ ਸੋਲਵ ਇੱਕ ਸੈਸ਼ਨ ਦਾ ਅੱਧੇ ਤੋਂ ਜ਼ਿਆਦਾ ਹੋ ਗਿਆ ਹੈ। ਐਕਚੁਅਲੀ ਦੇਖੋ, ਮੈਂ ਜਿਸ ਕਿ ਬਿਲਡਰ ਦਾ ਆਇਆ, ਮੈਂ ਕਿਹਾ ਪਹਿਲਾਂ ਉਹ ਕੰਮ ਕਰ ਲਈਏ। ਐਕਚੁਅਲੀ ਹੋਇਆ ਕਿ ਮੈਂ ਤੁਹਾਡੇ ਨਾਲ ਇਸ ਕਰਕੇ ਸਾਰੀ ਗੱਲ ਕੀਤੀ ਆ, ਕਿਉਂਕਿ ਜੇ ਐਡਮਿਨਿਸਟ੍ਰੇਟਿਵਲੀ ਕਿਤੇ ਨਾ ਕਿਤੇ ਕਮਜ਼ੋਰੀਆਂ ਰਹਿ ਗਈਆਂ। ਹੁਣ ਪਬਲਿਕ ਰਿਪਰੈਜ਼ੈਂਟੇਟਿਵ ਜੇ 35 ਦਿਨਾਂ ਦੇ ਵਿੱਚੋਂ 27-28 ਦਿਨ ਸਿਰਫ ਆਪਾਂ ਸੁਣਨ ਲਈ ਲਾਵਾਂਗੇ, ਫਿਰ ਕੰਮ ਲਈ ਸਮਾਂ ਤਾਂ ਚਾਹੀਦਾ ਹੀ ਹੈ। ਮੈਂ ਤਾਂ ਇਹੀ ਰਿਕੁਐਸਟ ਕੀਤੀ, ਮੈਂ ਕਿਹਾ ਯਾਰ ਇੱਕ ਵਾਰੀ ਬਹਿ ਜਾਓ, ਭਾਵੇਂ 5 ਘੰਟੇ ਬਹਿ ਜਾਓ, 5 ਘੰਟੇ ਤੁਹਾਡੀ ਪ੍ਰੈਜ਼ੈਂਸ ਦੇ ਵਿੱਚ ਬਹਿਣ ਨੂੰ ਮੈਂ ਤਿਆਰ ਹਾਂ। ਪਰ ਗੱਲ ਇਹ ਹੈ ਕਿ ਉਸ ਤੋਂ ਗਾਂਹ ਤੱਕ ਮੰਤਰੀ ਜੀ, ਇੱਕ ਤੁਸੀਂ ਕਾਲਜ ਦੇ ਜਿਹੜੇ ਪ੍ਰੋਫੈਸਰ ਦੀ ਭਰਤੀ ਬਾਰੇ ਗੱਲ ਕੀਤੀ, ਆਈ ਥਿੰਕ 1100 ਦੇ ਕਰੀਬ ਹੈ। ਜਿਹੜੇ ਗੈਸਟ ਫੈਕਲਟੀ ਵਾਲੇ ਆ, ਉਹ ਕਹਿੰਦੇ ਵੀ ਜੇਕਰ ਟੈਸਟ ਹੁੰਦਾ ਹੈ ਤੇ ਸਾਨੂੰ ਸਰਕਾਰ ਜਿਹੜੀ ਬਾਈਕਾਟ ਕਰੇਗੀ, ਵਕ ਕੱਢ ਦੇਵੇਗੀ, ਉਹਨਾਂ ਦੇ ਖਦਸ਼ੇ ਹੈ। ਉਹਨਾਂ ਦੀ ਜੇ ਤੁਹਾਨੂੰ ਕਹੋ, ਮੇਰੇ ਕੋਲ ਇੱਕ WhatsApp 'ਚ ਚਿੱਠੀ ਹੈਗੀ ਆ, ਮੈਂ ਤੁਹਾਨੂੰ ਭੇਜ ਦਿੰਦਾ। ਐਕਚੁਅਲੀ ਕੀ ਹੁੰਦਾ, ਕਈ ਵਾਰੀ ਉਹਦੀ ਇੰਟਰਪ੍ਰੀਟੇਸ਼ਨ ਆਪਾਂ ਇਦਾਂ ਦੀ ਕੱਢਣ ਲੱਗ ਪੈਂਦੇ ਆ, ਕਿਉਂਕਿ ਅਸੀਂ ਬਿਲਕੁਲ ਗੈਸਟ ਫੈਕਲਟੀ ਤੇ ਪਾਰਟ ਟਾਈਮ ਬਿਲਕੁਲ ਨਹੀਂ ਟੱਚ ਕਰਾਂਗੇ। ਅਸੀਂ ਤਾਂ ਈਵਨ ਉੱਥੇ ਨਹੀਂ ਭੇਜ ਰਹੇ ਜਿੱਥੇ ਉਹ ਆਲਰੇਡੀ ਕੰਮ ਕਰਦੇ ਆ, ਕਿਉਂਕਿ ਸਕੋਪ ਆਫ ਵਰਕ ਜਿਹੜਾ ਆ ਬਹੁਤ ਹੈਗਾ। ਉਹਨਾਂ ਦੀ ਜੋਬ ਨੂੰ ਕੋਈ ਖਤਰਾ ਕੋਈ ਨਹੀਂ, ਖਤਰਾ ਨਹੀਂ। ਉਹਨਾਂ ਕੋਈ ਟੈਸਟ ਦੇਣਾ ਤਾਂ ਨਹੀਂ ਕੋਈ? ਮੈਂ ਕਿਹਾ ਕੋਈ ਉਹਨਾਂ ਚੋਂ ਵੀ ਜਿਨ੍ਹਾਂ ਨੇ ਟੈਸਟ ਦਿੱਤਾ ਆ, ਹੋ ਸਕਦਾ ਉਹਨਾਂ ਚੋਂ ਵੀ ਰੈਗੂਲਰ ਹੋ ਜਾਣ, ਉਹਨਾਂ ਚੋਂ ਵੀ ਜਿਨ੍ਹਾਂ ਨੇ ਟੈਸਟ ਦਿੱਤਾ ਆ ਉਹਨਾਂ ਚੋਂ ਵੀ ਹੋ ਸਕਦਾ ਰੈਗੂਲਰ ਹੋ ਜਾਣ। ਪਰ ਜਿਹੜੇ ਨਹੀਂ ਰੈਗੂਲਰ ਹੋਣਗੇ, ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੰਟੀਨਿਊ ਕਰ ਰਹੇ, ਬਿਲਕੁਲ ਕੰਟੀਨਿਊ। ਇੱਕ ਸਰ ਹੋਰ ਹੈ, ਖੇਡ ਵਿਭਾਗ ਦੇ ਵਿੱਚ ਡਾਇਰੈਕਟਰ ਦੀ ਪੋਸਟ ਬਾਰੇ ਵੀ ਸੀਗਾ, ਤੁਸੀਂ ਇਸ਼ਤਿਹਾਰ ਦਿੱਤਾ, ਉਹਦੇ ਏਜ ਮੈਂਸ਼ਨ ਹੀ ਨਹੀਂ, ਕੋਈ ਲਿਮਿਟ ਹੀ ਨਹੀਂ ਹੈ ਕਿ ਉਹਦੇ ਚ ਉਹ ਬੜੀ ਖਾਮੀ ਹੈਗੀ ਹੈ। ਐਕਚੁਅਲੀ ਦੇਖੋ, ਠੀਕ ਹੈਗੇ ਆ ਪੀਟੀ ਵਾਲੇ ਨੇ ਕਿਹਾ ਸੀ ਪੀਟੀ ਵਾਲੇ ਜਿਹੜੇ ਹੁੰਦੇ 22 ਵਾਲੇ ਅਸੀਂ ਬੀਐਡ ਟੈਟ ਪਾਸ ਜੂਨੀਅਰ ਹੈ, ਬੀਐਡ ਮਾਸਟਰ ਦੇ ਵਿੱਚ 150 ਦੇ ਵਿੱਚ 140 ਨੰਬਰ ਮੇਰੇ ਆਏ। ਕਿਉਂ ਰੋਕ ਰਹੇ? ਕਾਰਨ ਕੀ ਹੈ? ਤੁਸੀਂ ਤਾਂ ਸ਼ਾਂਤੀਪੂਰਵਕ ਸਰ ਇਹ ਹੁਣ ਨੰਬਰ 150 ਦੇ ਵਿੱਚ ਸਿਕਿਉਰਿਟੀ ਬਹੁਤ ਲਾਟਫੁੱਲ ਹੋ ਗਈ ਹੈ। ਅਧਿਆਪਕ ਆ ਰਹੇ ਨੇ, ਕਿਵੇਂ ਅਸੀਂ ਬਿਲਕੁਲ ਸਰ 4 ਜਣੇ ਆਏ, ਜ਼ਿਆਦਾ ਨਹੀਂ ਕੋਈ ਸਰ ਮਤਲਬ ਸਰ ਪਿੱਛੇ ਬੈਠੇ ਆ। ਪ੍ਰਗਟ ਸਿੰਘ ਕਹਿ ਰਹੇ ਕਿ ਟੈਂਕੀ ਉੱਤੇ ਜਿਹੜੇ ਉਹਨਾਂ ਦੇ ਸਿਰਫ 22 ਨੰਬਰ ਆਏ ਆ, ਤਾਂ ਨਹੀਂ ਉਹਨਾਂ ਨੂੰ ਜੋ ਜੀ ਬੰਕ ਕਮਾਇਆ वो सर लगे हुए हैं, ਤੁਹਾਡੀ ਆਪਸ ਵਿੱਚ ਫ੍ਰਿਕਸ਼ਨ ਹੈਗੀ ਹੈ, ਉਸ ਦੇ ਨੰਬਰ ਤੋਂ 132 के क्लास है। ਕਿੰਨਾ ਪ੍ਰਗਟ ਸਿੰਘ ਕਹਿ ਰਿਹਾ ਕੋਰਟ ਦੇ ਵਿੱਚ ਕਿ ਹਾਲੇ ਟੀਚਰਾਂ ਦਾ ਕੇਸ ਚੱਲ ਰਿਹਾ, 29 ਤਰੀਕ ਉਹਨਾਂ ਦੀ ਪਾਈ ਹੈ, ਉਸ ਤੋਂ ਬਾਅਦ ਸਰ ਇੱਕ ਨਾ ਬਾਜੇਗਾ ਟਾਈਮ ਤਬਾਇਆ ਜਾਏਗਾ, ਤਰੀਕ ਮਿਲ ਰਹੀ ਹੈ ਤੇ ਗਲਤ ਹੈ। ਮੀਟਿੰਗਾਂ ਸਾਡੀਆਂ ਪ੍ਰਦਰਸ਼ਨ ਬਹੁਤ ਜ਼ਿਆਦਾ ਹੋ ਚੁੱਕੀਆਂ ਹੈ, ਸਾਨੂੰ ਕੋਈ ਸਟਾਰ ਨਹੀਂ ਮਿਲਿਆ, ਕੁਝ ਵੀ ਨਹੀਂ ਮਿਲਿਆ, ਕਿਉਂਕਿ ਸਰ ਸੰਦੀ ਐਸਐਸਟੀ ਪੰਜਾਬੀ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਤਾਂ ਪ੍ਰਗਟ ਸਿੰਘ ਕਹਿ ਰਿਹਾ 22 ਨੰਬਰ ਦੇ ਤਾਂ ਨਹੀਂ ਉਹਨਾਂ ਨੂੰ। मैं खुद
ਖੁਦ ਆਪਣੇ 22 ਨੰਬਰ ਸਰ ਮੇਰੇ 142 ਨੰਬਰ ਹੈ, ਮੈਂ ਇੱਥੇ ਖੜਾ ਠੀਕ ਹੈ ਸਰ। ਇਹਨਾਂ ਜਿਹੜਾ ਹੈਗਾ ਲਾਠੀ ਚਾਰਜ ਕੀਤਾ ਗਿਆ ਇਹ ਕਿੱਥੋਂ ਦਾ ਕਾਨੂੰਨ ਹੈਗਾ, ਇਹਨਾਂ ਕੋਲ ਕੀ ਰਾਈਟ ਆ? ਜਦੋਂ ਅਸੀਂ ਇੱਥੋਂ ਫੀਸਾਂ ਭਰੀਆਂ, ਪੜ੍ਹਾਈ ਕੀਤੀ 20-22 ਸਾਲ, ਤਾਂ ਇਹਨਾਂ ਨੂੰ ਉਸ ਵੇਲੇ ਚੀਜ਼ਾਂ ਦੇਖਣੀਆਂ ਨਹੀਂ ਚਾਹੀਦੀਆਂ ਕਿ ਅਸੀਂ ਆਪਣੇ ਨੇਸ਼ਨ ਦੇ ਵਿੱਚ ਕੋਈ ਪਲਾਨ ਨਹੀਂ ਕਰੀਏ, ਅਸੀਂ ਇਹਨਾਂ ਨੂੰ ਰੁਜ਼ਗਾਰ ਦੇਣਾ। ਜਿਹੜੇ ਅੱਜ ਸਕੂਲਾਂ 'ਚ ਬੱਚੇ ਜਾ ਰਹੇ ਆ, ਇਹਦਾ ਮਤਲਬ ਉਹਨਾਂ ਕੋਲ ਇੱਥੇ ਬਿਲਕੁਲ ਜ਼ੀਰੋ ਹੋ ਚੁੱਕਿਆ। ਸਰਕਾਰਾਂ ਆਪਣੇ ਢਿੱਡ ਭਰਨ ਤੇ ਲੱਗੀਆਂ ਹੋਈਆਂ ਨੇ, ਲੋਕਾਂ ਦਾ ਕੀ ਬਣੇਗਾ? ਜਿਹਨੇ ਇਸ ਚੀਜ਼ ਨੂੰ ਲੈ ਕੇ ਜਿਹੜੀਆਂ ਕੁੜੀਆਂ ਨੇ ਜੀਵੀਆਂ ਲਾ ਕੇ ਪੜ੍ਹਾਈ ਕੀਤੀ, ਮਿਹਨਤ ਮਜ਼ਦੂਰੀ ਕਰਕੇ, ਮੁੰਡਿਆਂ ਨੇ ਦਿਹਾੜੀਆਂ ਕਰਕੇ ਪੜ੍ਹਾਈ ਕੀਤੀ, ਉਹਨਾਂ ਸੜਕਾਂ ਤੇ ਰੁਲ ਰਹੇ ਆ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ। ਪੂਰਾ ਜਿਹੜਾ ਹੈਗਾ ਪੰਜਾਬ ਅੱਜ ਨੌਜਵਾਨ ਜਿਹੜੇ ਹੈਗਾ ਸੜਕਾਂ ਤੇ ਫਿਰਦੇ ਆ, ਇਹ ਆਪਣੇ ਜਿਹੜੀਆਂ ਪਹਿਲਾਂ ਵਾਲਾ ਮੰਤਰੀ ਦਾ ਹੈਗਾ ਜਿਹੜਾ ਸਿੱਖਿਆ ਮੰਤਰੀ ਪਹਾੜਾਂ 'ਚ ਫਿਰਦਾ ਰਿਹਾ, ਹੁਣ ਵਾਲਾ ਜੁਮਲੇਬਾਜ਼ੀ ਕਰੀ ਜਾ ਰਿਹਾ ਹੈਗਾ। ਸਾਡੇ ਜਿਹੜੇ ਅਸੀਂ ਇੱਕ ਘੰਟੇ ਇੱਕ ਘੜੀ ਨਾਲ ਓਵਰੇਜ ਹੋ ਰਹੇ ਆ, ਸਾਡੀ ਜਿਹੜੀ ਆ ਅਸੀਂ ਜਦੋਂ ਦਿਨ ਚੜ੍ਹਦਾ ਨਾ ਸਾਡੀ ਉਦੋਂ ਮੌਤ ਹੁੰਦੀ ਆ, ਕਿਉਂ? ਕਿਉਂਕਿ ਸਾਡੇ ਕੋਲ ਰੁਜ਼ਗਾਰ ਨਹੀਂ ਹੈ। ਸਾਡੇ ਮਾਪੇ ਨੇ ਜਿਹੜੇ ਉਹ ਸਾਡੇ ਦੁੱਖ ਦੇ ਵਿੱਚ ਮਰ ਰਹੇ ਆ, ਉਹਨਾਂ ਨੂੰ 2-2 3-3 ਵਾਰ ਅਟੈਕ ਹੋ ਚੁੱਕੇ ਆ, ਉਹਨਾਂ ਨੂੰ ਅਸੀਂ ਜਿਹੜਾ ਤੱਕ ਕੋਈ ਇਲਾਜ ਤੱਕ ਨਹੀਂ ਕਰਾ ਸਕਦੇ। ਜਦੋਂ ਅਸੀਂ ਧਰਨੇ ਤੋਂ ਵਾਪਸ ਜਾਂਦੇ ਅਸੀਂ ਕੀ ਦੱਸੀਏ ਕੀ ਬਣਿਆ? ਅਸੀਂ ਦੱਸਦੇ ਕਿ ਸਾਡੇ ਜਿਹੜੇ ਧੂਏ ਧੋੜੇ ਆ ਪੁਲਿਸ ਨੇ, ਇਹ ਤੋਂ ਵੱਧ ਸਾਡਾ ਹੋਰ ਕੁਝ ਨਹੀਂ ਬਣਿਆ ਹੈਗਾ। ਸੋ ਇੱਥੇ ਜਿਹੜਾ ਕਿ ਇਹ ਅਧਿਆਪਕ ਜਿਹੜੇ ਨੇ ਕੱਤੀਆਂ ਲੈ ਕੇ ਇੱਥੇ ਖੜੇ ਨੇ ਭਗਤ ਸਿੰਘ ਨੂੰ ਦਿਖਾਉਣ ਲਈ ਸਮਾਜਿਕ ਸਿੱਖਿਆ ਪੰਜਾਬੀ ਹਿੰਦੀ ਦੀਆਂ 9000 ਪੋਸਟਾਂ ਦਾ ਜਿਹੜਾ ਇਸ਼ਤਿਹਾਰ ਹੈ ਜਲਦ ਜਾਰੀ ਕਰੋ। ਔਰ ਉੱਥੇ ਹੀ ਜਿਹੜਾ ਸਰ ਤੁਸੀਂ ਆਪਾਂ ਭਗਤ ਸਿੰਘ ਜੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਸ਼ਾਸਨ ਨੂੰ ਮਿਲਣ ਦੇ ਰਿਹਾ ਤੁਹਾਡਾ, ਉਹ ਕਹਿੰਦੇ ਅਸੀਂ ਸ਼ਾਂਤੀ ਟੀਚਰ ਆਏ ਨੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਅਧਿਆਪਕਾਂ ਨੂੰ ਮਿਲਿਆ ਜਾਵੇਗਾ ਤੁਸੀਂ ਗੱਲ ਕਰਾਂ ਯਾਰ ਮੈਂ ਤਾਂ 10-10 ਵਾਰੀ ਮਿਲੀ ਸਰ 4 ਬੰਦਿਆਂ ਨੂੰ ਤੁਸੀਂ ਇੰਨਾ ਫੋਰਸ ਲਾ ਕੇ ਰੋਕ ਰਹੇ ਹੋ, ਉਹ ਐਨੇ 4 ਬੰਦੇ ਆਏ ਤੇ ਦੇਖੋ ਕਿੰਨੀ ਲਗਾ ਦਿੱਤੀ ਗਈ ਹੈ। ਉਹ ਯਾਰ ਮੈਨੂੰ ਨਹੀਂ ਇਸ ਗੱਲ ਦਾ ਪਤਾ ਹੈਗਾ, ਮੈਂ ਤਾਂ ਤੁਹਾਡੇ ਨਾਲੋਂ ਅੰਦਰ ਹੀ ਉੱਠ ਕੇ ਆਇਆ। ਸਰ ਤੁਸੀਂ ਬੈਠਣ ਦੀ ਗੱਲ ਕਰ ਰਹੇ ਸਰ ਜੀ ਤੁਹਾਡੇ ਘਰ ਦੇ ਅੱਛਾ ਪ੍ਰਗਟ ਸਿੰਘ ਜੀ ਇੱਕ ਸਵਾਲ ਹੈ, ਇੱਕ ਸਵਾਲ ਹੈ ਕਿ ਕਿਤੇ ਪ੍ਰਗਟ ਸਿੰਘ ਇਹ ਤੁਸੀਂ ਸੋਚਦੇ ਹੈ ਕਿ ਸਿੱਖਿਆ ਮੰਤਰੀ ਬਣ ਕੇ ਯਾਰ ਹੱਥ ਯਾਰ ਉਸੇ ਦੀ ਥੱਲੇ ਕਰੋ ਭਾਈ ਯਾਰ ਮਾਈਕ ਥੱਲੇ ਕਰ ਲਓ, ਪਿੱਛੇ ਤੁਸੀਂ ਬੈਠਣ ਦੀ ਗੱਲ ਕਰ ਰਹੇ ਹੋ, ਤੁਹਾਡੇ ਕੋਲ ਟੁੱਟ ਕੇ ਆ ਗਏ, ਹੁਣ ਤੇ ਗੱਲ ਕਰ ਲਓ। ਸਰ ਉਹ ਆਰਾਮ ਨਾਲ ਪ੍ਰੋਟੈਸਟ ਕਰ ਰਹੇ ਨੇ। ਸਰ ਉਹ ਖੜੇ ਨੇ, ਉਹਨਾਂ ਨਾਲ ਤੁਸੀਂ ਕਿੱਦਾਂ ਗੱਲ ਕਰੋਗੇ? ਰੋਜ਼ ਡਾਂਗਾ ਪੈ ਟਾਂਗਾ ਪੈ ਰਹੀ ਹੈ, ਧੱਕਾ ਮੁੱਕੀਆਂ ਪੈ ਰਹੀਆਂ ਸਰ ਜੇ ਤੁਸੀਂ ਸਰ ਲੇਡੀਜ਼ ਨੂੰ ਜੈਂਟਸ ਮੁਲਾਜ਼ਮ ਵੱਲੋਂ ਕੁੱਟਿਆ ਗਿਆ ਹੈ। ਸਰ ਖਬਰ ਇੱਕ ਮਿੰਟ ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਨੂੰ ਪ੍ਰੋਟੈਸਟ ਕਰਦਾ ਹੈ ਜੀ, ਪਰ ਪ੍ਰੋਟੈਸਟ ਨਹੀਂ ਕਰਨ ਦਾ ਹੱਕ ਕਿ ਮੇਰੇ ਘਰੇ ਜਾ ਕੇ ਕੋਈ ਵੜ ਜਾਵੇ। ਮੇਰੇ ਘਰ ਦੇ ਵਿੱਚ ਮੇਰੇ ਆਪਣੇ ਪੇਰੈਂਟਸ ਆ, ਬਿਮਾਰ ਰਹਿੰਦੇ ਆ, ਤੁਹਾਨੂੰ ਲੱਗਦਾ ਵੀ ਇਹ ਗੱਲ ਠੀਕ ਹੈ? ਉੱਥੇ ਮਹੱਲੇ ਦੇ ਵਿੱਚ ਹੁਣ ਹੋ ਕੀ ਰਿਹਾ, ਮਹੱਲੇ ਦੇ ਵਿੱਚ ਜਿਹੜੇ ਲੋਕੀ ਰਹਿਣ ਵਾਲੇ ਆ, ਤੁਸੀਂ ਉਹਨਾਂ ਬਾਰੇ ਕਦੀ ਪੁੱਛਿਆ? ਤੁਸੀਂ ਜਾ ਕੇ ਉਹਨਾਂ ਦੀ ਵਾਈਟ ਕਰਕੇ ਲੋਕ ਕਾਫੀ ਪਰੇਸ਼ਾਨ ਹੋਏ ਪਰ ਮੇਰੇ ਕਹਿਣ ਦਾ ਮਤਲਬ ਆ ਮੇਰੇ ਆਫੀਸ਼ੀਅਲ ਚੰਡੀਗੜ੍ਹ ਆਫੀਸ਼ੀਅਲ ਤੇ ਮੇਰੇ ਜਿੱਥੇ ਆਫੀਸ਼ੀਅਲ ਰੈਜ਼ੀਡੈਂਸ ਆ, ਗੱਲ ਤਾਂ ਸੁਣੋ ਯਾਰ, ਤੁਸੀਂ ਮੇਰੀ ਵੀ ਕਿਤੇ ਸਪੋਰਟ ਕਰੋ। ਸਰ ਤੁਹਾਡੇ ਘਰ ਦੇ ਮੇਰੇ ਰੈਜ਼ੀਡੈਂਸ ਤੇ ਉਹਨਾਂ ਨੂੰ ਕਹੋ ਧਰਨਾ ਲਾਓ, ਪਰ ਦੇਖੋ ਲੋਕਾਂ ਦੀਆਂ ਸਮੱਸਿਆਵਾਂ ਦੇਖੋ, ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਨਾ, ਲੋਕਾਂ ਦੀ ਕੰਮ ਕਰਦੇ ਆ। ਤੁਸੀਂ ਜਾਓ ਜਾ ਕੇ ਸਾਰੇ ਆਲੇ ਦੁਆਲੇ ਜਿੰਨੇ ਮਹੱਲੇ ਆ ਉਹਨਾਂ ਨੂੰ ਪੁੱਛ ਕੇ ਦੇਖੋ, ਉੱਥੇ ਜਾ ਕੇ ਦੇਖੋ ਕਿੰਨੀ ਉੱਥੇ ਜਿਹੜੀ ਆ ਆਲੇ ਦੁਆਲੇ ਖਲਾਰਾ ਪਿਆ ਹੋਇਆ। ਅਸੀਂ ਗੱਲ ਬਿਲਕੁਲ ਬਾਹਰ ਸਰ ਤੁਹਾਡੇ ਘਰ ਦੇ ਚਾਰੋਂ ਪਾਸੇ ਬੈਰੀਕੇਡ ਹੋਈ ਪਈ ਹੈ। ਕਿਉਂਕਿ ਬੈਰੀਕੇਡ ਲੱਗ ਜਾਂਦੇ ਜਿਹੜੇ ਘਰ ਉਹਨਾਂ ਨੇ ਆਣਾ ਹੁੰਦਾ, ਗੱਡੀਆਂ ਬਾਹਰ ਰੋਕ ਜਾਂਦੀਆਂ। ਹੁਣ ਤਾਂ ਪੁਲਿਸ ਨੇ ਗਲੀ ਤੱਕ ਬੰਦ ਕਰ ਦਿੱਤੀ। ਪਰ ਜਿਸ ਤਰ੍ਹਾਂ ਮੇਰੇ ਘਰ ਦੇ ਵਿੱਚ ਤੁਹਾਡੇ ਕੋਲ ਆਏ ਹੋਏ ਆ ਤਾਂ ਕੋੜਾ ਸਾਹਿਬ ਕੋਈ ਗੱਲ ਹੋਰ ਹੋਣੀ ਨਹੀਂ ਤੇ ਮੈਂ ਨਹੀਂ ਕੁਝ ਸਰ ਤੁਸੀਂ ਮੀਡੀਆ ਨੂੰ ਡੈਮੋਕ੍ਰੇਸੀ ਦਾ ਚੌਥਾ ਪਿਲਰ ਕਿਹਾ। ਜਿਸ ਦਿਨ ਅਸੀਂ ਕਵਰੇਜ ਕਰਨ ਗਏ ਸੀ ਔਨ ਦਾ ਰਿਕਾਰਡ ਸਾਰੀ ਮਤਲਬ ਗੱਲ ਹੋਈ ਸੀ, ਤੁਹਾਡੇ ਮੈਸੇਜ ਵੱਲੋਂ ਗੱਲ ਆਖੀ ਗਈ ਕਿ ਜਿਹੜੇ ਪੱਤਰਕਾਰ ਕੰਧਾਂ ਤੇ ਚੜ੍ਹ ਕੇ ਕਵਰੇਜ ਕਰ ਰਹੇ ਨੇ ਉਹਨਾਂ ਤੇ ਪਰਚੇ ਦਰਜ ਕਰੋ ਕਿ ਮੀਡੀਆ ਦਾ ਕੰਮ ਕਰ ਸਕੇਗਾ। ਆਪਣਾ ਇਹ ਨਹੀਂ ਫਰਕ ਬਣਦਾ ਆਪਣੇ ਕਿਸੇ ਘਰ ਦੇ ਕੰਧ ਤੇ ਚੜ੍ਹ ਕੇ ਉਹਨਾਂ ਦੇ ਘਰ ਮੀਡੀਆ ਚੜੇ ਤਾਂ ਗੱਲ ਸੁਣੋ, ਗਲਤ, ਜਦੋਂ ਪੁਲਿਸ ਚੜੇ ਤਾਂ ਪੁਲਿਸ ਚੜੇ ਸਰ ਤਾਂ ਉਹ ਚੀਜ਼ਾਂ ਵਾਜ਼ਿਬ ਹੋਣੀ ਚਾਹੀਦੀ। ਇਹਨੂੰ ਆਪਾਂ ਸਿੱਧੇ ਪਾਸੇ ਨੂੰ ਤੋਰੀਏ। ਦੇਖੋ ਪੈਦੀ ਹੈ ਜੀ। ਦੇਖੋ ਮੰਨ ਲਓ ਸਪੋਜ਼ ਕਿਸੇ ਘਰ ਦੇ ਵਿੱਚ ਲੇਡੀਜ਼ ਹੈ ਜੀ, ਉਸ ਘਰ ਦੇ ਵਿੱਚ ਆਪਾਂ ਚਾਹੁੰਦੇ ਆ ਵੀ ਕੰਧ ਤੇ ਚੜ੍ਹਨ ਨਾਲ ਤੁਸੀਂ ਦੱਸ ਦਿਓ ਕਿ ਤੁਸੀਂ ਕਿੰਨੇ ਆ ਤਾਂ ਫਿਰ ਆਪਾਂ ਉਹ ਗੱਲ ਕਰਦੇ। ਸਰ ਲਾਸਟ ਸਵਾਲ ਹੈ ਕਿ ਉਹਨਾਂ ਨੂੰ ਚਲੋ ਭਾਜੀ ਜਿਹੜੇ ਮਿਲਣ ਆਏ ਮੈਨੂੰ